ਜਿਹੜਾ ਬੈਰਿੰਗ ਹੈ ਆ ਡਬਲ ਗੋਲੀ ਦਾ ਬੈਰਿੰਗ ਹੈ, ਲੇਕਿਨ ਇਹਦਾ ਕੱਪ ਵਿੱਚੋਂ ਫਲੈਟ ਗੋਲ ਗੋਲੀ ਦਾ ਬੈਰਿੰਗ ਹੈ, ਲੇਕਿਨ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਅੰਦਰ ਵਾਲੀ ਕੋਨ ਦੋ ਹਿੱਸਿਆਂ 'ਚ ਹੈ। ਇਹਦੇ ਵਿੱਚ ਆ ਜਿਹੜਾ ਸਪੇਸਰ ਆ, ਆ ਸਪੇਸਰ ਇਹਨੂੰ ਇਸ ਤਰ੍ਹਾਂ ਕੰਟਰੋਲ ਕਰਦਾ ਹੈ ਕਿ ਜਿਸ ਟਾਈਮ ਤੁਸੀਂ ਆ ਬੈਰਿੰਗ ਪਾਏ ਹੈ ਨਾ, ਇਹਨਾਂ ਨੂੰ ਇੱਥੋਂ ਪ੍ਰੈਸ ਕਰੋਗੇ, ਆ ਬੈਰਿੰਗ ਦੋਨੋਂ ਇੱਕ ਹੋ ਗਏ, ਆ ਪੂਰੀ ਹੱਬ ਬਣ ਗਈ। ਆ ਉਹਨਾਂ ਜਗ੍ਹਾ ਤੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਤੁਹਾਨੂੰ ਕਲੀਅਰੈਂਸ ਜ਼ੀਰੋ ਕਰਨੀ ਪੈਂਦੀ। ਸਾਰਾ ਦਿਨ ਬੈਰਿੰਗ ਦੀਆਂ ਨਸਲਾਂ ਪੜ੍ਹਦੇ ਰਹੀਏ ਨਾ ਤੇ ਸਾਰਾ ਦਿਨ ਬੈਰਿੰਗ ਦੀਆਂ ਨਸਲਾਂ ਨਹੀਂ ਪੜ੍ਹੀਆਂ ਜਾ ਸਕਦੀਆਂ। ਆ ਦੇਖੋ ਲੋ ਜੀ ਦੋਸਤੋ, ਅਸੀਂ ਇਸ ਟਾਈਮ ਮੌਜੂਦ ਹਾਂ ਜੀ ਐਕਸਪੋ ਸੈਂਟਰ ਲਾਹੌਰ ਤੇ ਅੱਜ ਬੈਰਿੰਗਾਂ ਦੇ ਸਟਾਲ ਤੇ ਅਸੀਂ ਮੌਜੂਦ ਹਾਂ। ਨਦੀਰ ਸਾਹਿਬ ਅੱਜ ਤੁਹਾਨੂੰ ਦੱਸਣਗੇ ਜੀ ਕਿਹੜਾ ਬੈਰਿੰਗ ਕਿਸ ਮਕਸਦ ਵਾਸਤੇ ਇਸਤੇਮਾਲ ਹੁੰਦਾ ਹੈ ਤੇ ਨਾਲ ਤੁਹਾਨੂੰ ਇਹ ਬੈਰਿੰਗ ਵਾਲੀ ਕੰਪਨੀ ਵੀ ਦਿਖਾਵਾਂਗੇ, ਇਹਨਾਂ ਦਾ ਮਟੀਰੀਅਲ ਕੈਸਾ ਲੱਗ ਰਿਹਾ ਨਦੀਰ ਸਾਹਿਬ ਜੀ ਦੱਸੋ ਜੀ ਸਾਡੇ ਆਡੀਅנס ਜੀ। ਮਾਸ਼ਾਅੱਲਾ ਬੈਰਿੰਗ ਦੀ ਬੇਇੰਤਹਾ ਕਿਸਮਾਂ ਹੈ। ਮੇਰਾ ਖਿਆਲ ਹੈ ਮੈਂ ਇਹਨਾਂ ਦੀ ਸਿਰਫ ਬੈਰਿੰਗ ਦੀ ਟਾਈਪ ਹੀ ਦੱਸਣ ਲੱਗ ਪਊਆ ਤੇ ਮੇਰਾ ਸਾਰਾ ਦਿਨ ਵੀ ਥੋੜਾ ਹੈ ਤੇ ਉਹਦੇ ਵਿੱਚ ਇਹ ਟਾਈਪ ਨਹੀਂ ਪੂਰੀ ਹੋ ਸਕਦੀ। ਸਿਰਫ ਟਾਈਪ ਨੰਬਰ ਨਹੀਂ, ਸਿਰਫ ਉਹਦੀਆਂ ਨਸਲਾਂ। ਬੈਰਿੰਗ ਬੇਸ਼ੁਮਾਰ ਨਸਲਾਂ ਦੇ ਹੁੰਦੇ ਆ। ਬੈਰਿੰਗ ਆ ਛੋਟਾ ਤੋਂ ਛੋਟਾ ਰੂਲਰ ਬੈਰਿੰਗ ਤੋਂ ਸ਼ੁਰੂ ਹੁੰਦਾ ਤੇ ਫਿਰ ਉਸ ਤੋਂ ਬਾਅਦ ਆ ਵੱਡੇ ਰੂਲਿਆਂ ਦਾ ਬੈਰਿੰਗ ਆ ਜਾਂਦਾ। ਠੀਕ ਹੈ, ਆ ਦੇਖੋ, ਵਾਹ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਤੁਹਾਡੇ ਬੋਲ ਬੈਰਿੰਗ ਆ ਜਾਂਦੇ। ਬੋਲ ਬੈਰਿੰਗ ਦੇ ਵਿੱਚ ਵੀ ਅੱਗੋਂ ਬੜੀਆਂ ਕਿਸਮਾਂ ਆ ਜਾਂਦੀ ਹੈ। ਜਿਸ ਤਰ੍ਹਾਂ ਦੇਖੋ ਨਾ, ਬੋਲ ਬੈਰਿੰਗ ਦੇ ਵਿੱਚ ਹੈ ਆਹ ਬੋਲ ਬੈਰਿੰਗ ਹੈ, ਗੋਲੀਆਂ ਕਿੰਨੀਆਂ ਸੰਘਣੀਆਂ। ਠੀਕ ਹੈ, ਐਸੇ ਤਰ੍ਹਾਂ ਹੈਵੀ ਡਿਊਟੀ ਆ ਜਾਂਦੇ ਆ, ਦੂਸਰੇ ਬੈਰਿੰਗ ਆ ਜਾਂਦੇ ਆ। ਇਹਦੇ ਵਿੱਚ ਆ ਵੀ ਦੇਖੋ, ਆ ਜਿਹੜਾ ਇਹਨੂੰ ਥਰਸ ਬੈਰਿੰਗ ਕਹਿੰਦੇ ਆ। ਆ ਬਾਹਰ ਖੁੱਲ ਵੀ ਜਾਂਦਾ, ਇੱਕ ਇੱਕ ਗੋਲੀ ਨੂੰ ਖੋਲ ਕੇ ਬਾਹਰ ਚੈੱਕ ਵੀ ਕਰ ਲਈਦਾ, ਲੇਕਿਨ ਇੱਥੇ ਮੈਂ ਖੋਲੇਗਾ ਤੇ ਖਿਲਰ ਜਾਏਗਾ ਸਾਰਾ। ਠੀਕ ਹੈ, ਆਪ ਦੇਖੋ ਨਾ, ਕੱਪ ਇੱਕ ਸਾਈਡ ਤੋਂ ਖੁੱਲਾ ਹੈ, ਇੱਕ ਸਾਈਡ ਤੋਂ ਤੰਗ ਹੈ। ਆ ਬੈਰਿੰਗ ਜਿਹੜਾ ਬੋਲ ਬੈਰਿੰਗ ਦਾ ਵੀ ਕੰਮ ਕਰਦਾ ਹੈ ਤੇ ਥਰਸ ਬੈਰਿੰਗ ਦਾ ਵੀ ਕੰਮ ਕਰਦਾ ਹੈ। ਬੇਸਿਕਲੀ ਆ ਥਰਸ ਬੈਰਿੰਗ ਹੈ। ਇਹਨੇ ਜਿੱਥੇ ਯੂਜ਼ ਹੋਣਾ ਹੈ ਇਸ ਤਰ੍ਹਾਂ ਯੂਜ਼ ਹੋਣਾ ਹੈ ਜਾਂ ਪੇਅਰ ਦੀ ਸ਼ਕਲ 'ਚ ਇਸਤੇਮਾਲ ਹੋਣਾ। ਦੋ ਬੈਰਿੰਗ ਜਿੱਥੇ ਇਕੱਠੇ ਪੈਣੇ ਆ, ਇਹਨੇ ਜ਼ਿਆਦਾ ਕਾਰਕਰਦਗੀ ਇਹਦੀ ਹੁੰਦੀ ਹੈ ਥਰਸ ਬੈਰਿੰਗ ਦੀ। ਉਸ ਤੋਂ ਬਾਅਦ ਰੂਲਰ ਬੈਰਿੰਗ ਹੁੰਦੇ ਆ। ਆ ਦੇਖੋ ਨਾ, ਰੂਲਰ ਬੈਰਿੰਗ ਹੈ। ਆ ਰੂਲਰ ਬੈਰਿੰਗ ਹੈ ਜਿੱਥੇ ਹੈਵੀ ਲੋਡ ਹੁੰਦਾ ਹੈ, ਲੋ ਸਪੀਡ ਹੁੰਦੀ ਹੈ। ਉਸ ਤੋਂ ਬਾਅਦ ਟੇਪਰ ਗੋਲੀ ਦੇ ਬੈਰਿੰਗ ਹੈ। ਆ ਜਿਵੇਂ ਸਾਡੇ ਕੜੇ ਪਿਨੀਅਨ ਨੂੰ ਬੈਰਿੰਗ ਪਏ ਹੁੰਦੇ ਆ, ਉਹਦੀ ਹੱਬ ਦੇ ਵਿੱਚ ਹੁੰਦੇ ਆ। ਉਹਦੇ 9032 ਨਿੰਜਾ ਹੁੰਦਾ, 9032 ਨਿੰਜਾ ਹੁੰਦਾ ਹੈ, 9032 ਨਿੰਜਾ ਹੁੰਦਾ। ਆ ਉਸੇ ਟਾਈਪ ਦਾ ਬੈਰਿੰਗ ਹੈ। ਐਸੇ ਤਰ੍ਹਾਂ ਟੇਪਰ ਬੈਰਿੰਗ ਹੁੰਦੇ ਆ, ਦੋ ਬੈਰਿੰਗਾਂ ਦਾ ਪੇਅਰ ਬਣਾ ਕੇ ਇਸਤੇਮਾਲ ਕੀਤਾ ਜਾਂਦਾ। ਆ ਵੀ ਉਸੇ ਤਰ੍ਹਾਂ ਟੇਪਰ ਬੈਰਿੰਗ ਹੈ, ਲੇਕਿਨ ਇਹਦੇ ਵਿੱਚ ਸਪੈਸ਼ਲ ਇਹਦਾ ਕੱਪ ਸਪੈਸ਼ਲ ਹੈ। ਆ ਸਪੈਸ਼ਲ ਇਹਦਾ ਕੱਪ ਸਪੈਸ਼ਲ ਹੈ, ਜਿਹਦੇ ਵਿੱਚ ਆ ਲਾਕ ਇਹਦਾ ਸਪੈਸ਼ਲ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੀ ਬੈਰਿੰਗ ਦੀ, ਮੈਂ ਤੁਹਾਨੂੰ ਦੱਸਿਆ ਨਾ, ਬੈਰਿੰਗ ਨੂੰ ਔਰ ਬੈਰਿੰਗ ਦਾ ਮਟੀਰੀਅਲ ਜਿਹੜਾ ਹੈ ਨਾ ਉਹ ਬੜਾ ਕਾਊਂਟ ਕਰਦਾ ਹੈ। ਬੈਰਿੰਗ ਜਿਸ ਟਾਈਮ ਵੀ ਤੁਸੀਂ ਲੈਣਾ ਇਸ ਸਾਈਡ 'ਤੇ ਹੁਣ ਆ ਜਾਂਦੇ ਨਾ, ਆ ਦੇਖੋ ਨਾ, ਹੁਣ ਇੱਧਰ ਆ ਜਾਂਦੇ ਆ। ਉਹ ਸਾਰੀ ਲਾਈਨ ਹੈਗੀ ਸੀ ਟਰੈਕਟਰਾਂ ਦੀ। ਆਮ ਬੈਰਿੰਗ ਜਿਹੜੇ ਹੈਗੇ ਆ, ਆਮ ਲੋਕਾਂ ਨੇ ਆਹ ਬੈਰਿੰਗ ਦੇਖੇ ਹੁੰਦੇ ਆ। ਆਮ ਮੋਸਟਲੀ ਲੋਕ ਮੋਟਰਾਂ 'ਚ ਗੇਅਰਾਂ ਦੇ ਵਿੱਚ ਆਹ ਵਾਲੇ ਬੈਰਿੰਗ ਹੁੰਦੇ ਆ, ਜਦਕਿ ਦੂਸਰੀਆਂ ਜਗ੍ਹਾ 'ਤੇ ਕਈ ਮੋਟਰਾਂ ਦੇ ਵਿੱਚ ਜਿਨ੍ਹਾਂ 'ਚ ਡਬਲ ਬੈਰਿੰਗ ਹੁੰਦੇ ਆ, ਉਹਨਾਂ 'ਚ ਥਰਸ ਬੈਰਿੰਗ ਵੀ ਯੂਜ਼ ਹੁੰਦਾ। ਕਈ ਮੋਟਰਾਂ 'ਚ ਜਿੱਥੇ ਦੋ ਬੈਰਿੰਗ ਇਕੱਠੇ ਕਰਕੇ ਪਾਣੇ ਆ, ਆ ਥਰਸ ਬੈਰਿੰਗ ਹੁੰਦਾ। ਦੇਖੋ ਨਾ, ਇਸ ਬੈਰਿੰਗ ਨੂੰ ਜ਼ਰਾ ਕਿ ਇੱਥੋਂ ਟਕੋਰੋਗੇ ਨਾ ਤਾਂ ਬੈਰਿੰਗ ਸਾਰਾ ਖੁੱਲ ਜਾਏਗਾ। ਤੁਸੀਂ ਗੋਲੀਆਂ ਸਾਰੀਆਂ ਚੈੱਕ ਕਰ ਸਕਦੇ ਜੇ। ਦੋ ਬੈਰਿੰਗਾਂ ਨੂੰ ਇਕੱਠਾ ਕਰਕੇ ਆ ਬੈਰਿੰਗ ਕਾਫੀ ਮਹਿੰਗਾ ਬੈਰਿੰਗ ਹੁੰਦਾ। ਫਿਰ ਉਸ ਤੋਂ ਬਾਅਦ ਟੇਪਰ ਗੋਲੀ ਦੇ ਬੈਰਿੰਗ ਹੈ। ਜਿਸ ਤਰ੍ਹਾਂ ਆ ਦੇਖੋ ਨਾ, ਆ ਬੈਰਿੰਗ ਹੈ, ਆ ਔਰ ਹੈਗਾ ਸਾਡਾ ਟਰੈਕਟਰ ਦਾ ਹੀ ਮੇਰਾ ਖਿਆਲ ਬੈਰਿੰਗ ਹੈ, ਔਰ ਆ ਹਾਂਡੀ ਵਾਲਾ ਬੈਰਿੰਗ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਹੁੰਦੇ ਨਾ, ਕਈ ਐਸੀਆਂ ਜਗ੍ਹਾ ਹੁੰਦੀਆਂ ਜਿੱਥੇ ਆ ਦੇਖੋ ਨਾ, ਹੁਣ ਆ ਵੀ ਬੈਰਿੰਗ ਦੀ ਇੱਕ ਨਸਲ ਹੈ। ਆ ਵੀ ਗੋਲ ਗੋਲੀ ਦਾ ਬੈਰਿੰਗ ਹੈ, ਲੇਕਿਨ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਅੰਦਰ ਵਾਲੀ ਕੋਨ ਦੋ ਹਿੱਸਿਆਂ 'ਚ ਹੈ, ਦੋ ਹਿੱਸਿਆਂ 'ਚ ਕੋਨ ਹੈ। ਆ ਦੇਖੋ, ਆ ਐਸੀ ਜਗ੍ਹਾ ਤੇ ਪਾਏ ਜਾਂਦੇ ਆ, ਐਸੀਆਂ ਜਗ੍ਹਾ ਤੇ ਪਾਏ ਜਾਂਦੇ ਆ। ਇਹਨਾਂ ਨੂੰ ਇਸ ਤਰ੍ਹਾਂ ਕਰਕੇ, ਇਹਨਾਂ ਨੂੰ ਇਸ ਤਰ੍ਹਾਂ ਪੂਰਾ ਕਰਕੇ ਇਸ ਤਰ੍ਹਾਂ ਪਾਇਆ ਜਾਂਦਾ। ਅਗਰ ਕਿਸੇ ਜਗ੍ਹਾ ਤੇ ਬੈਰਿੰਗ ਦੀ ਪਲੇ ਤੁਸੀਂ ਜ਼ੀਰੋ ਕਰਨੀ ਹੈ ਤੇ ਇਸ ਜਗ੍ਹਾ ਦੇ ਵਿੱਚ ਗੋਰਾ, ਇਸ ਜਗ੍ਹਾ ਤੇ ਵੀ ਛਿਮਾ ਰੱਖਦਾ ਹੈ। ਅਗਰ ਬਾਸ ਟਾਈਮ ਅਗਰ ਇਹਨੂੰ ਸਾਈਜ਼ ਪੂਰਾ ਕਰਨਾ ਹੈ, ਇਹਦੀ ਕੋਨ ਨੂੰ ਅਗਰ ਇਸ ਜਗ੍ਹਾ ਤੋਂ ਗ੍ਰੈਂਡ ਕਰ ਲਓ, ਤੁਸੀਂ ਇਸ ਬੈਰਿੰਗ ਨੂੰ ਜ਼ੀਰੋ ਕਲੀਅਰੈਂਸ ਦੇ ਵਿੱਚ ਚਲਾ ਸਕਦੇ ਜੀ। ਲੇਕਿਨ ਉਹ ਉਸ ਜਗ੍ਹਾ ਤੇ ਹੁੰਦਾ ਜਿੱਥੇ ਤੁਹਾਨੂੰ ਜ਼ੀਰੋ ਕਲੀਅਰੈਂਸ ਦੀ ਜ਼ਰੂਰਤ ਹੋਏ, ਯਾਨੀ ਕਿ ਜਿਸ ਤਰ੍ਹਾਂ ਕਿ ਲਾਈਨ ਬੋਰਿੰਗ ਮਸ਼ੀਨਾਂ ਹੁੰਦੀਆਂ, ਸਾਡੀਆਂ ਸਪਿੰਡਲ ਬੋਰਿੰਗ ਮਸ਼ੀਨਾਂ ਹੁੰਦੀਆਂ, ਮਿਲਿੰਗ ਮਸ਼ੀਨਾਂ ਹੁੰਦੀਆਂ, ਕਿ ਉੱਥੇ ਜ਼ਰਾ ਵੀ ਚੀਜ਼ ਪਲੇ ਹੋਏ ਤੇ ਤੁਹਾਡਾ ਟੂਲ ਵਾਈਬ੍ਰੇਸ਼ਨ ਦਿੰਦਾ ਹੈ, ਧੜਕ ਦਿੰਦਾ। ਉਹਨਾਂ ਜਗ੍ਹਾ 'ਤੇ ਆ ਬੈਰਿੰਗ ਪਾਏ ਜਾਂਦੇ ਆ ਬੋਰਿੰਗ ਮਸ਼ੀਨਾਂ ਦੇ ਸਪਿੰਡਲਾਂ ਦੇ ਅੰਦਰ। ਆ ਦੇਖੋ, ਆ ਬੈਰਿੰਗ ਇਸ ਤਰ੍ਹਾਂ ਹੁੰਦੇ, ਇਹ ਆ ਐਸੇ ਬੈਰਿੰਗ ਹੈ। ਫਿਰ ਉਸ ਤੋਂ ਬਾਅਦ ਆ ਵੀ ਬੈਰਿੰਗ ਜਿਹੜਾ ਹੈ, ਆ ਵੀ ਥਰਸ ਬੈਰਿੰਗ ਹੈ।
ਆ ਸਾਰੇ ਥਰਸ ਬੈਰਿੰਗ ਹੈ। ਔਰ ਇਹਦੇ ਵਿੱਚ ਅਗਲੀ ਜਿਹੜੀ ਕੈਟਾਗਰੀ ਆਂਦੀ ਹੈ, ਆ ਦੇਖੋ ਆ ਆ ਡਬਲ ਗੋਲੀ ਦਾ ਬੈਰਿੰਗ ਹੈ, ਲੇਕਿਨ ਇਹਦਾ ਕੱਪ ਵਿੱਚੋਂ ਫਲੈਟ ਹੈ। ਆ ਜਿਹੜਾ ਬੈਰਿੰਗ ਹੈਗਾ ਨਾ, ਆ ਬੈਰਿੰਗ ਮੈਨੂੰ ਇੱਕ ਦਫਾ ਜ਼ਰੂਰਤ ਪਈ ਸੀ, ਮੇਰੀ ਇੱਕ ਮਸ਼ੀਨ ਬੋਰਿੰਗ ਦੇ ਵਿੱਚ ਆ ਬੈਰਿੰਗ ਹੈਗਾ ਸੀ, ਮੈਂ ਪਤਾ ਕਰਨ ਗਿਆ ਤੇ ਪਤਾ ਲੱਗਾ ਜੀ ਆ ਬੈਰਿੰਗ ਜਿਹੜਾ ਹੈ ਨਾ ਤਕਰੀਬਨ ਕੋਈ 50,000 ਰੁਪਏ ਦਾ ਬੈਰਿੰਗ ਹੈ। ਔਰ ਇਹਦੀ ਢਿੱਲ ਕਿਸ ਤਰ੍ਹਾਂ ਨਿਕਲਦੀ ਹੈ ਮੈਂ ਤੁਹਾਨੂੰ ਇਹਦੇ ਮੁਤਲਕ ਦੱਸਾਂਗਾ, ਇਸ ਬੈਰਿੰਗ ਦੇ ਮੁਤਲਕ ਇਹਦੀ ਢਿੱਲ ਕਿਸ ਤਰ੍ਹਾਂ ਨਿਕਲਦੀ ਹੈ। ਆ ਕੱਪ ਪੂਰਾ ਪੈ ਗਿਆ, ਠੀਕ ਹੈ। ਹੁਣ ਇਹਦੀ ਢਿੱਲ ਕੱਢਣ ਵਾਸਤੇ ਗੋਰੇ ਨੇ ਕੀ ਤਰੀਕਾ ਇਸਤੇਮਾਲ ਕੀਤਾ, ਇਹਦਾ ਜਿਹੜਾ ਆ ਬੋਰ ਹੈ ਨਾ, ਆ ਟੇਪਰ ਹੈ। ਆ ਲੋਕ ਸਮਝਣਗੇ ਬੈਰਿੰਗ ਅੰਦਰੋਂ ਜਿਹੜਾ ਬੋਰ ਹੁੰਦਾ ਉਹ ਸਿੱਧਾ ਹੁੰਦਾ, ਨਹੀਂ ਆ ਟੇਪਰ ਹੈ। ਇਹਦੇ ਵਿੱਚ ਹਲਕੀ ਜੀ ਟੇਪਰ ਹੁੰਦੀ ਹੈ। ਜਿਸ ਟਾਈਮ ਇਹਨੂੰ ਫਿੱਟ ਕੀਤਾ ਜਾਂਦਾ, ਜਿੰਨਾ ਇਹਨੂੰ ਕੱਪ ਨੂੰ ਅੰਦਰੋਂ ਟਾਈਟ ਕੀਤਾ ਜਾਂਦਾ ਹੈ, ਜਿੰਨਾ ਇਹਨੂੰ ਪ੍ਰੈਸ ਕੀਤਾ ਜਾਂਦਾ, ਓਨਾ ਹੀ ਆ ਇਹਦੀ ਢਿੱਲ ਖਤਮ ਹੋ ਜਾਂਦੀ ਹੈ। ਔਰ ਆ ਵੀ ਬੈਰਿੰਗ ਜਿਹੜਾ ਹੈ ਨਾ, ਉਹ ਮੇਰੇ ਕੋਲ ਜਿਹੜੀ ਬੋਰਿੰਗ ਹੈਗੀ ਨਾ ਵੱਡੀ ਸਿਲੰਡਰ ਬੋਰਿੰਗ ਨਿਊ ਵਾਲ ਦੀ, ਉਹਦੇ ਵਿੱਚ ਆ ਬੈਰਿੰਗ ਪਿਆ ਹੋਇਆ। ਔਰ ਇਸ ਬੈਰਿੰਗ ਨੇ ਮੈਨੂੰ 1 ਸਾਲ ਖਪਾਇਆ ਸੀ, ਫਿਰ ਜਾ ਕੇ ਮੈਨੂੰ ਪਤਾ ਲੱਗਾ ਇਸ ਬੈਰਿੰਗ ਦੀ ਢਿੱਲ ਕਿਸ ਤਰ੍ਹਾਂ ਨਿਕਲਦੀ। ਮੈਂ ਕਿਹਾ ਯਾਰ ਬਾਹਰੋਂ ਵੀ ਕੌਣ ਸਿੱਧੀ ਆ ਵੀ ਸਿੱਧੀ, ਤੇ ਵਿੱਚ ਹੋਰ ਹੀ ਨਹੀਂ ਕੀਤਾ। ਜਿਸ ਟਾਈਮ ਵਿੱਚ ਉਹਨੂੰ ਇਹਦੇ ਵਿੱਚ ਜਿਹੜਾ ਅੱਗੇ ਸਪੇਸਰ ਪਿਆ ਹੋਇਆ ਸੀ, ਉਹ ਸਪੇਸਰ ਨੂੰ ਕੱਢਿਆ, ਸਪੇਸਰ ਕੱਢ ਕੇ ਉਹਨੂੰ ਗ੍ਰੈਂਡ ਕੀਤਾ, ਗ੍ਰੈਂਡ ਕਰਕੇ ਤੇ ਇਹਨੂੰ ਹੋਰ ਕੱਸ ਦਿੱਤਾ, ਟਾਈਟ ਕਰ ਦਿੱਤਾ, ਢਿੱਲ ਖਤਮ ਹੋ ਗਈ। ਔਰ ਬੋਰਿੰਗ ਸਹੀ ਹੋਣ ਲੱਗ ਪਈ। ਇਸ ਬੈਰਿੰਗ ਨੇ ਬੜੀ ਦੇਰ ਮੈਨੂੰ ਖਪਾਇਆ, ਲੇਕਿਨ ਆਸਤਾ ਆਸਤਾ ਫਿਰ ਇਹਦਾ ਮੈਨੂੰ ਪਤਾ ਲੱਗ ਗਿਆ। ਹੁਣ ਸਾਨੂੰ ਇਹ ਦੱਸੋ, ਸਭ ਤੋਂ ਜ਼ਿਆਦਾ ਅਗਰ ਅੱਛਾ ਬੈਰਿੰਗ ਕਿਹੜੀ ਨਸਲ ਦਾ ਹੈ ਤੇ ਸਭ ਤੋਂ ਜ਼ਿਆਦਾ ਮਹਿੰਗਾ ਕਿਹੜਾ ਹੈ? ਸਰ ਬੈਰਿੰਗਾਂ ਦੀ ਮੈਂ ਸਿਰਫ ਕੈਟਾਗਰੀ ਆ ਨਸਲਾਂ ਦੇ ਮੁਤਲਕ ਗੱਲ ਕਰ ਰਿਹਾ। ਮੈਂ ਕਿ ਸਾਰਾ ਦਿਨ ਵੀ ਗੁਜ਼ਰ ਜਾਏਗਾ ਨਾ, ਤੇ ਬੈਰਿੰਗਾਂ ਦੀਆਂ ਨਸਲਾਂ ਦੇ ਮੁਤਲਕ ਮੈਂ ਦੱਸ ਨਹੀਂ ਸਕਦਾ। ਕੰਪਨੀਆਂ ਵੀ ਬੇਭਾਅ ਹੈ। ਅੱਜ ਅਸੀਂ ਇਹਨਾਂ ਦੇ ਸਟਾਲ ਤੇ ਆਏ ਹਾਂ ZWZ ਦੇ, ਔਰ ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂ ਬੈਰਿੰਗ ਕਿਸੇ ਦੁਨੀਆ ਦੀ ਕੰਪਨੀ ਦਾ। ਆ ਦੇਖੋ ਨਾ, ਹੁਣ ਜਿਹੜੀ ਗੱਲ ਮੈਂ ਕਹੀ ਸੀ ਕਿ ਕੋਨਾ ਦੇ ਵਿੱਚ ਸਪੇਸਰ ਪਾਉਂਦਾ, ਆ ਦੇਖੋ ਸਪੇਸਰ ਵਾਲਾ ਬੈਰਿੰਗ ਆ। ਇਹਦੇ ਵਿੱਚ ਆ ਜਿਹੜਾ ਸਪੇਸਰ ਆ, ਆ ਸਪੇਸਰ ਇਹਨੂੰ ਇਸ ਤਰ੍ਹਾਂ ਕੰਟਰੋਲ ਕਰਦਾ ਹੈ ਕਿ ਜਿਸ ਟਾਈਮ ਤੁਸੀਂ ਆ ਬੈਰਿੰਗ ਪਾਏ ਹੈ ਨਾ, ਇਹਨਾਂ ਨੂੰ ਇੱਥੋਂ ਪ੍ਰੈਸ ਕਰੋਗੇ, ਆ ਬੈਰਿੰਗ ਦੋਨੋਂ ਇੱਕ ਹੋ ਗਏ, ਆ ਪੂਰੀ ਹੱਬ ਬਣ ਗਈ। ਆ ਉਹਨਾਂ ਜਗ੍ਹਾ ਤੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਤੁਹਾਨੂੰ ਕਲੀਅਰੈਂਸ ਜ਼ੀਰੋ ਕਰਨੀ ਪੈਂਦੀ, ਜਿੱਥੇ ਤੁਹਾਨੂੰ ਮਾਈਕਰੋਨ 'ਚ ਕਲੀਅਰੈਂਸ ਕੰਟਰੋਲ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਢਿੱਲ ਲੱਗਦਾ ਕਿ ਢਿੱਲ ਜ਼ਿਆਦਾ ਹੈ, ਤੁਸੀਂ ਆ ਕੋਨ ਨੂੰ ਕੱਢੋਗੇ, ਇਸ ਕੋਨ ਨੂੰ ਕੱਢੋਗੇ, ਇਸ ਕੋਨ ਨੂੰ ਤੁਸੀਂ ਗ੍ਰਾਈਂਡ ਕਰੋਗੇ, 1000 ਗ੍ਰਾਈਂਡ ਕਰੋਗੇ, 1500 ਗ੍ਰਾਈਂਡ ਕਰੋਗੇ, 2000 ਗ੍ਰਾਈਂਡ ਕਰੋਗੇ, ਜਿੱਥੇ ਜਾ ਕੇ ਤੁਹਾਡੇ ਬੈਰਿੰਗ ਦੀ ਢਿੱਲ ਖਤਮ ਹੋ ਜਾਏਗੀ ਤੇ ਆ ਤੁਹਾਡਾ ਹੱਬ ਜਿਹੜੀ ਕੰਪਲੀਟ ਹੋ ਜਾਏਗੀ। ਨਾ ਬੈਰਿੰਗ ਟੈਟ ਹੋਏ ਨਾ ਢਿੱਲਾ ਹੋਏ, ਤੇ ਤੁਹਾਨੂੰ ਆ ਰਿਜ਼ਲਟ ਜਿਹੜਾ ਬੋਰਿੰਗ ਤੇ ਮਿਲਿੰਗਾਂ ਤੇ ਐਸੀਆਂ ਮਸ਼ੀਨਾਂ ਤੇ ਜਿੱਥੇ ਤੁਹਾਨੂੰ ਐਕੂਰੇਸੀ ਚਾਹੀਦੀ ਹੈ, ਜਿੱਥੇ ਤੁਹਾਡਾ ਟੂਲ ਚੱਲੇ ਤੇ ਇੰਜ ਹਵਾ 'ਚ ਹੀ ਚੱਲੇ, ਉਹਦੀ ਫਿਨਿਸ਼ਿੰਗ ਆਏ ਤੇ ਬਿਹਤਰੀਨ ਆਏ। CNC ਮਸ਼ੀਨਾਂ ਦੇ ਵਿੱਚ ਉਹੋ ਜਿਹੀ ਜਗ੍ਹਾ ਦੇ ਵਿੱਚ, ਹੈਡਾਂ ਦੇ ਵਿੱਚ ਮੇਨ ਜਗ੍ਹਾ ਤੇ ਆ ਬੈਰਿੰਗ ਯੂਜ਼ ਕੀਤਾ ਜਾਂਦਾ, ਡਬਲ ਹੈਡ। ਕਿੰਨੀ ਸਭ ਹੈ ਜ਼ੀਰੋ ਕਲੀਅਰੈਂਸ ਵਾਸਤੇ? ਆ ਜ਼ੀਰੋ ਕਲੀਅਰੈਂਸ ਵਾਸਤੇ ਹੁੰਦਾ ਘੱਟ, ਕਿਉਂਕਿ ਇਹਦੇ ਵਿੱਚ ਸ਼ਿਮ ਦੇ ਕੇ ਨਾ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਆਮ ਬੈਰਿੰਗ ਜਿਹੜੇ ਹੁੰਦੇ ਆ ਨਾ, ਇਸ ਬੈਰਿੰਗ ਨੂੰ ਵੀ ਇਸੇ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ। ਆ ਜਿਹੜਾ ਡਬਲ ਕੋਨ ਵਾਲਾ ਹੈ, ਠੀਕ ਹੈ, ਉਸ ਬੈਰਿੰਗ ਨੂੰ ਵੀ ਇਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ। ਹੁਣ ਆ ਜਿਹੜਾ ਬੈਰਿੰਗ ਆ ਹੈਵੀ ਡਿਊਟੀ ਹੈ, ਲੇਕਿਨ ਇਹਦੇ ਵਿੱਚ ਜਿਹੜਾ ਨਾ ਹੈਵੀ ਲੋਡ ਵਾਸਤੇ ਹੈ, ਲੇਕਿਨ ਆ ਇਹਦੀ ਕਲੀਅਰੈਂਸ ਕੰਟਰੋਲ ਕਰਨਾ ਮੁਸ਼ਕਲ ਨੇ। ਇਹਨੂੰ ਨਹੀਂ ਕੀਤੀ ਜਾ ਸਕਦੀ, ਜਿੰਨੀ ਕਲੀਅਰੈਂਸ ਹੁੰਦੀ ਹੈ ਉਨੀ ਜਿੱਥੇ ਰੱਖਣੀ ਹੈ। ਹੁਣ ਜਿੱਥੇ ਲੋਡ ਬੇਬਾਹ ਜ਼ਿਆਦਾ ਹੈ, ਜਿੱਥੇ ਕਲੀਅਰੈਂਸ ਇਸ਼ੂ ਨਹੀਂ ਆ ਲੇਕਿਨ ਲੋਡ ਜ਼ਿਆਦਾ ਹੈ, ਉੱਥੇ ਆ ਯੂਜ਼ ਕੀਤਾ ਜਾਏਗਾ। ਹਰ ਬੈਰਿੰਗ ਦੀ ਆਪਣੀ ਇੱਕ ਜਗ੍ਹਾ ਹੈ, ਆਪਣੀ ਉਹਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਉਸ ਜਗ੍ਹਾ ਤੇ, ਉੱਥੇ ਕਿਸ ਤਰ੍ਹਾਂ ਦਾ। ਲੇਕਿਨ ਬੈਰਿੰਗ ਦੀ ਕੁਆਲਿਟੀ ਤੁਸੀਂ ਇਸ ਤਰ੍ਹਾਂ ਜਜਮੈਂਟ ਕਰ ਸਕਦੇ ਜੇ। ਮੈਂ ਬਚਪਨ ਦੇ ਵਿੱਚ ਆਪਣੇ ਵਾਲਦ ਸਾਹਿਬ ਦੇ ਨਾਲ ਜਾਣਾ ਹੁੰਦਾ ਤੇ ਉਦੋਂ ਉਹਨਾਂ ਨੇ ਮਾਰਕੀਟ 'ਚ ਬੈਰਿੰਗ ਲੈਣਾ ਨਾ, ਤੇ ਉਹਨਾਂ ਨੇ ਕਹਿਣਾ ਬੈਰਿੰਗ ਦੇਖਣਾ ਨਾ ਕਿ ਬੈਰਿੰਗ ਦੀ ਕੁਆਲਿਟੀ ਕੀ ਹੈ, ਤੇ ਬੈਰਿੰਗ ਦੀ ਕੋਨ ਸਾਫ਼ ਕਰੋ, ਬੈਰਿੰਗ ਦੀ ਕੋਨ ਸਾਫ਼ ਕਰੋ ਤੇ ਇਹਦੇ ਵਿੱਚ ਇਸ ਤਰ੍ਹਾਂ ਉਂਗਲ ਮਾਰੋ, ਦੇਖੋ ਉਹਦੀ ਫਿਨਿਸ਼ਿੰਗ ਕਿਹੋ ਜਿਹੀ ਹੈ, ਉਹਦੇ ਵਿੱਚ ਰੜਕ ਤੇ ਨਹੀਂ ਹੈ। ਅਗਰ ਕੰਪਨੀ ਨੇ ਗ੍ਰੈਂਡਿੰਗ ਜਿਹੜੀ ਹੈ ਸਮੂਥ ਕੀਤੀ ਹੈ, ਉਹਦੇ ਉੱਤੇ ਲਾਈਨਿੰਗ ਨਹੀਂ ਹੈ, ਤੇ ਫਿਰ ਸਮਝ ਲਓ ਉਹ ਕੰਪਨੀ ਨੇ ਅੱਛਾ ਬੈਰਿੰਗ ਬਣਾਇਆ। ਅਗਰ ਉਹਦੀ ਗ੍ਰੈਂਡਿੰਗ ਦੇ ਵਿੱਚ ਲਾਈਨਿੰਗ ਆ ਗਈ ਹੈ, ਲੇਅਰ ਹੈਗੀ ਹੈ, ਤੇ ਫਿਰ ਸਮਝ ਲਓ ਕੰਪਨੀ ਬਹੁਤ ਹਲਕੀ ਹੈ। ਇਹਨਾਂ ਦੀ ਮਾਸ਼ਾਅੱਲਾ ਮੈਂ ਫਿਨਿਸ਼ਿੰਗ ਚੈੱਕ ਕੀਤੀ, ਔਰ ਮਾਸ਼ਾਅੱਲਾ ਮਿਲਰ ਟਰੈਕਟਰ ਨੂੰ ਵੀ ਸਾਰਾ ਇਹਨਾਂ ਦਾ, ਅਲਗਾਜ਼ੀ ਨੂੰ ਵੀ ਮਾਸ਼ਾਅੱਲਾ ਇੱਧਰ ਇਹਨਾਂ ਦਾ ਬੈਰਿੰਗ ਇਸਤੇਮਾਲ ਕੀਤਾ ਤੁਸੀਂ? ਹਾਂ ਜੀ, ਇਹਨਾਂ ਦਾ ਇਸਤੇਮਾਲ ਕੀਤਾ ਹੈ। ਆ ਬੜਾ ਅੱਛਾ ਬੈਰਿੰਗ ਹੈ ਜੀ ਇਹਨਾਂ ਦਾ, ZWZ। ਕਿਉਂ ਸਲੀਮ ਸਾਹਿਬ, ਕਿੰਨਾ ਕੁ ਬੈਰਿੰਗ ਆ ਇਸਤੇਮਾਲ ਕੀਤਾ, ਕਿੰਨੇ ਸਾਲਾਂ ਤੋਂ ਇਸਤੇਮਾਲ ਕੀਤਾ ZWZ? ਤਕਰੀਬਨ 10-12 ਸਾਲ ਪਹਿਲੇ ਇਸਤੇਮਾਲ ਕੀਤਾ ਹੈ। ਪਹਿਲੇ ਜਦੋਂ ਚਾਈਨਾ ਤੋਂ ਆਉਂਦਾ ਸੀ ਡਾਇਰੈਕਟ,
ਅੱਛਾ ਸਮਗਲਿੰਗ ਦਾ ਇਹ ਪਾਕਿਸਤਾਨ ਤੁਸੀਂ ਬਣਾ ਰਹੇ ਜਾਂ ਬਾਹਰੋਂ ਚਾਈਨਾ ਦਾ ਹੀ ਬਣਿਆ ਬਣਾਇਆ ਸਰਕਾਰੀ ਫਰਮ ਸਰਕਾਰੀ ਆ ਚਾਈਨਾ ਦੀ ਉਹਨਾਂ ਦੀ ਨੈਸ਼ਨਲ ਕੰਪਨੀ ਔਰ ਇਹਨਾਂ ਦਾ ਬੈਰਿੰਗ ਔਰ ਇੱਕ ਹੋਰ ਕੰਪਨੀ ਹੈਗੀ ਸੀ ਰਸ਼ੀਅਨ ਉਹਨਾਂ ਦਾ ਬੈਰਿੰਗ ਬਹੁਤ ਟੌਪ ਦਾ ਹੁੰਦਾ ਸੀ ਤੇ ਸਾਫ ਖੋਲੀ ਦੀ ਉਹਦੀ ਵੀ ਰਸ਼ੀਅਨ ਵੀ ਇੱਕ ਆਂਦਾ ਹੁੰਦਾ ਸੀ ਹਾਂ ਜੀ GPZ ਔਰ ਆ ਵੀ ਬੈਰਿੰਗ ਬੜਾ ਟੌਪ ਦਾ ਹੁੰਦਾ ਸੀ ਉਹਦੀ ਏਜੰਸੀ ਵੀ ਹਾਂ ਉਹ ਵੀ ਤਾਂ ਨਿਕਲ ਗਿਆ ਲਓ ਜੀ ਬੈਰਿੰਗਾਂ ਦੀ ਤੁਹਾਨੂੰ ਅੱਜ 4 ਕਿਸਮਾਂ ਹੀ ਵਿਖਾਲ ਦੇਣੀਆਂ ਨੇ ਤੇ ਬੈਰਿੰਗ ਦੇ ਇੱਥੇ ਨਦੀਨ ਸਾਹਿਬ ਜਿਵੇਂ ਤੂੰ ਆਖਿਆ ਬੈਰਿੰਗ ਦੇ ਸਾਰਾ ਦਿਨ ਬੈਰਿੰਗ ਦੀਆਂ ਨਸਲਾਂ ਪੜ੍ਹਦੇ ਰਹੀਏ ਨਾ ਤੇ ਸਾਰਾ ਦਿਨ ਬੈਰਿੰਗ ਦੀਆਂ ਨਸਲਾਂ ਨਹੀਂ ਪੜੀਆਂ ਜਾ ਸਕਦੀਆਂ ਆ ਦੇਖੋ ਇਹ ਨਦੀਨ ਸਾਹਿਬ ਇੱਕ ਐਸਾ ਬੈਰਿੰਗ ਹੈ ਕਿ ਦੇਖੋ ਬੈਰਿੰਗ ਆ ਦੇਖੋ ਨਾ ਆ ਕਿਸ ਤਰ੍ਹਾਂ ਹੈ ਇਹਦੇ ਉੱਤੇ ਆ ਯੂਨੀਵਰਸਲ ਹੈ ਆ ਦੇਖੋ ਆ ਜਿਹੜਾ ਇਹਦੇ ਉੱਤੇ ਕੱਪ ਆ ਦੇਖੋ ਆ ਘੁੰਮੇਗਾ ਵੀ ਜਾਪ ਲੇਕਿਨ ਯੂਨੀਵਰਸਲ ਹੈ ਜਿਵੇਂ ਕ੍ਰਾਸ ਹੁੰਦਾ ਮੂਵ ਇਹਨੇ ਚੱਲਣਾ ਤੇ ਇੰਜ ਹੈ ਲੇਕਿਨ ਅਗਰ ਇਹਦੇ ਵਿੱਚ ਕੋਈ ਵੀ ਚੀਜ਼ ਹੈ ਅਲਾਈਨਮੈਂਟ ਦਾ ਫਰਕ ਹੈ ਤੂੰ ਉੱਥੇ ਹੀ ਚੱਲ ਜਾਏਗਾ ਅੱਛਾ ਇੰਜ ਵੀ ਨਾਲ ਮਸਲਨ ਅਗਰ ਉਹਦੇ ਵਿੱਚ ਕੁਝ ਥੋੜੀ ਬਹੁਤੀ ਲਾਈਨ ਦੀ ਫਰਕ ਹੈ ਨਾ ਇਹਨੇ ਉਹਨੂੰ ਕਵਰ ਕਰ ਲੈਣਾ ਆ ਜਿਹੜੀ ਯੂਨੀਵਰਸਲ ਚੀਜ਼ ਹੈ ਇਹ ਆ ਦੇਖੋ ਆ ਬੈਰਿੰਗ ਨੇ ਚੱਲਣਾ ਤੇ ਇੰਜ ਹੈ ਲੇਕਿਨ ਅਗਰ ਉਹਦੇ ਵਿੱਚ ਕੋਈ ਚੀਜ਼ ਦਾ ਐਂਗਲ ਦਾ ਫਰਕ ਹੈ ਨਾ ਐਂਗਲ ਦਾ ਫਰਕ ਹੈ ਉਹ ਵੀ ਆ ਕਵਰ ਕਰ ਲਏਗਾ ਦੇਖੋ ਨਾ ਕਿੰਨਾ ਸਾਰਾ ਫਰਕ ਕਵਰ ਕਰ ਰਿਹਾ ਆ ਦੇਖੋ ਐਸੇ ਤਰ੍ਹਾਂ ਬੇਸ਼ੁਮਾਰ ਹੈਗੇ ਆ ਵੀ ਐਸੇ ਤਰ੍ਹਾਂ ਐਸੇ ਨਸਲ ਦਾ ਬੈਰਿੰਗ ਹੈ ਆ ਦੇਖੋ ਆ ਜੀ ਆ ਵੀ ਯੂਨੀਵਰਸਲ ਹੈ ਆ ਸਮਝ ਲਓ ਥਰਸ ਬੈਰਿੰਗ ਯੂਨੀਵਰਸਲ ਹੈ ਹੁਣ ਇਸ ਨਸਲ ਦਾ ਬੈਰਿੰਗ ਜਿਹੜਾ ਹੈ ਅਗਰ ਉਹਦੇ ਤੇ ਥੱਲੇ ਐਕਸਲ ਦੇ ਸਾਡੇ ਥੱਲੇ ਪੈ ਜਾਏ ਤੇ ਐਕਸਲ ਕਿਉਂ ਨਾ ਰਵਾਂ ਚੱਲਣ ਲੇਕਿਨ ਆ ਕਿ ਮਿੱਟੀ ਘਟੇ ਨਾ ਜਾਮ ਹੋ ਜਾਂਦੇ ਆ ਕਵਰ ਹੋਏ ਤੇ ਜ਼ਿਆਦਾ ਬਿਹਤਰ ਚੱਲਦੇ ਆ ਐਸੇ ਤਰ੍ਹਾਂ ਬੇਸ਼ੁਮਾਰ ਆ ਬੈਰਿੰਗ ਤੇ ਐਡੇ ਵੱਡੇ ਹੁੰਦੇ ਆ ਕਿ ਮੇਰਾ ਖਿਆਲ ਹੈ ਬੈਰਿੰਗ ਦੇ ਵਿੱਚ ਮੈਂ ਖੁਦ ਵੀ ਖਲੋ ਜਾਵਾਂ ਤੇ ਇੱਕ ਗੋਲੀ ਦੇ ਬਰਾਬਰ ਹੀ ਨਜ਼ਰ ਆਏਗਾ ਅੱਛਾ ਐਡੇ ਵੱਡੇ ਲਓ ਜੀ ਦੋਸਤੋ ਬੈਰਿੰਗਾਂ ਬਾਰੇ ਬੜੀ ਡਿਟੇਲ ਦਿੱਤੀ ਅੱਜ ਨਦੀਨ ਸਾਹਿਬ ਨੇ ਹਾਂਜੀ ਅਜੇ ਅੱਗੇ ਹੋਰ ਬੈਰਿੰਗ ਹੈ ਨੇ ਆ ਚੈੱਕ ਹਾਂਜੀ ਇੱਧਰ ਵੀ ਆ ਜਾਓ ਜੀ ਆ ਹੁਣ ਇਹਦੇ ਵਿੱਚ ਆ ਵੀ ਉਸੇ ਤਰ੍ਹਾਂ ਯੂਨੀਵਰਸਲ ਹੈ ਆ ਵੀ ਯੂਨੀਵਰਸਲ ਹੈ ਇਹਦੇ ਵਿੱਚ ਯੂਨੀਵਰਸਲ ਦੇ ਵਿੱਚ ਆ ਬੋਲ ਯੂਨੀਵਰਸਲ ਹੈ ਆ ਰੂਲਰ ਆ ਯੂਨੀਵਰਸਲ ਦੇ ਵਿੱਚ ਰੂਲਰ ਹੈ ਹਾਂਜੀ ਆ ਹੈਵੀ ਲੋਡ ਵਾਸਤੇ ਹੈ ਜਿੱਥੇ ਹੈਵੀ ਲੋਡ ਚਾਹੀਦਾ ਠੀਕ ਹੈ ਜਿੱਥੇ ਲੋਡ ਘੱਟ ਆ ਉੱਥੇ ਆ ਗੋਲੀ ਵਾਲਾ ਵੀ ਹੈ ਇਹਦਾ ਕੰਟੈਕਟ ਛੋਟਾ ਹੈ ਆ ਹਾਈ ਸਪੀਡ ਚ ਆਏਗਾ ਆ ਲੋ ਸਪੀਡ ਚ ਆਏਗਾ ਕਿਉਂ ਜੀ ਆ ਚੂੰਕਿ ਬॉल ਇਹਦਾ ਕੰਟੈਕਟ ਛੋਟਾ ਹੈ ਆ ਇਹਦੇ ਵਿੱਚ ਇਹਨੇ ਹੈਵੀ ਲੋਡ ਤੇ ਨਹੀਂ ਆਣਾ ਇਹ ਯੂਨੀਵਰਸਲ ਹਾਂ ਹਾਈ ਸਪੀਡ ਵਾਸਤੇ ਆਏਗਾ ਆ ਜਿਹੜਾ ਸਪੀਡ ਲੋ ਹੋਏਗਾ ਹੈਵੀ ਟਾਰਕ ਵਾਸਤੇ ਆਏਗਾ ਕਿਉਂਕਿ ਇਹਦਾ ਕੰਟੈਕਟ ਏਰੀਆ ਲੰਬਾ ਹੈ ਇਸ ਕਰਕੇ ਹਰ ਬੈਰਿੰਗ ਦੀ ਇੱਕ ਆਪਣੀ ਅਫਾਦੀਅਤ ਹੈ ਔਰ ਆਪਣੀ ਇੱਕ ਫਿਟਮੈਂਟ ਹੈ ਅੱਜ ਮਾਸ਼ਾਅੱਲਾ ਇਹਨਾਂ ਦੇ ਆਏ ਇਹਨਾਂ ਨਾਲ ਮੁਲਾਕਾਤ ਹੋਈ ਹੈ ਤਾਂ ਮੈਂ ਕਿਹਾ ਚਲੋ ਥੋੜਾ ਜਿਹਾ ਬੈਰਿੰਗ ਦੇ ਮੁਤਾਲਿਕ ਦੱਸ ਦਿੰਦੇ ਆ ਇੱਕ ਮੇਰੀ ਨਾਕਸ ਅਕਲ ਦੇ ਮੁਤਾਬਿਕ ਥੋੜਾ ਜਿਹਾ ਇਲਮ ਹੈ ਜਿਹੜਾ ਮੇਰੇ ਕੋਲ ਹੈਗਾ ਮੈਂ ਉਹ ਸ਼ੇਅਰ ਕੀਤਾ ਹੋ ਸਕਦਾ ਮੈਨੂੰ ਇੰਨਾ ਬੈਰਿੰਗ ਦੇ ਮੁਤਾਲਿਕ ਇੰਨਾ ਜ਼ਿਆਦਾ ਪਤਾ ਨਹੀਂ ਹੈ ਲੇਕਿਨ ਜਿੰਨਾ ਕਿ ਹੈਗਾ ਸੀ ਉਹ ਦੋਸਤਾਂ ਨਾਲ ਸ਼ੇਅਰ ਕੀਤਾ ਬਾਕੀ ਦੋਸਤੋ ਕਿ ਦੋਸਤ ਨੇ ਬੈਰਿੰਗ ਖਰੀਦਣਾ ਮੈਂ ਤੇ ਨਦੀਨ ਸਾਹਿਬ ਦਾ ਤੇ ਕਹਿਣਾ ਹੈ ਸਾਡੇ ਅਤਮੁੱਦਾ ਕੰਪਨੀ ਹੈ ZWZ ਹੈ ਹਾਂ ਜੀ ਇਹਨਾਂ ਮਾਸ਼ਾਅੱਲਾ ਕੋਈ ਪਾਕਿਸਤਾਨੀ ਨੰਬਰ ਨਹੀਂ ਹੈ ਇਹਦਾ ਕੋਈ ਪਾਕਿਸਤਾਨੀ ਨੰਬਰ ਲੈਂਡਲਾਈਨ ਨੰਬਰ ਨੇ ਨਾ ਸਾਰੇ ਕਾਰਡ ਸ਼ੋ ਕਰਾ ਦਿਓ ਜੀ ਇਹ ਕਾਰਡ ਤੋਂ ਹੀ ਦੇਖ ਸਕਦੇ ਹੋ ਇਹਨਾਂ ਲੈਂਡਲਾਈਨ ਨੰਬਰ ਤੇ ਕਾਲ ਕਰਕੇ ਇਹ ਬੈਰਿੰਗ ਤੁਸੀਂ ਖਰੀਦ ਸਕਦੇ ਹੋ ਹੈਡ ਆਫਿਸ ਇਹਨਾਂ ਦੇ ਲਾਹੌਰ ਕਰਾਚੀ ਬਿਜ਼ਨਸ ਪੈਨ ਆਉਣ ਤੋਂ ਪਹਿਲੇ ਅਸੀਂ ਇਹ ਯੂਜ਼ ਕਰਨੇ ਹਾਂ